ਉਹ ਜੋਗਿੰਦਰ ਸਿੰਘ ਮਾਨ ਉਹ ਮਾਨ ਸੀ ਜਿਹੜਾ ਕਹਿੰਦੇ ਸੀਗੇ ਕਿ ਮੈਂ ਜਿਸ ਦਿਨ ਮਰ ਵੀ ਗਿਆ ਤਾਂ ਮੇਰੇ ਤੇ ਕਾਂਗਰਸ ਦਾ ਝੰਡਾ ਪੈ ਕੇ ਜਾਊਗਾ। ਤੇ ਜਿਹੜੀ ਮੈਂ ਗੱਲ ਕੁੰਡੀ ਜਿਹੜੀ ਵਿੱਚੋਂ ਹੁਣੇ ਖੋਲ੍ਹਣਾ, ਮੈਨੂੰ 43,000 ਵੋਟ ਮਿਲੀ। 43,000 26,000 ਦੇ ਜਿੱਤੇ 49,000 ਵੋਟ ਲੈ ਕੇ 6,000 ਦਾ ਫਰਕ। 6,000 ਦੇ ਫਰਕ 'ਚ ਮੇਰੀ ਕਿੰਨੀ ਪੋਜੀਸ਼ਨ ਕਮਜ਼ੋਰ ਹੋ ਗਈ ਸੀ 19 ਦੇ ਵਿੱਚ। ਅੱਜ ਜੇ ਮੇਰੀ ਕਿਸੇ ਪਰਮਾਤਮਾ ਮੈਨੂੰ ਸਾਥ ਦਿੰਦਾ ਤੇ ਮੇਰਾ ਜੋੜ ਜਿਹੜਾ ਧਾਰੀਵਾਲ ਨਾ ਪਵੇ, ਤੱਕ ਮੈਨੂੰ ਇਹਨੂੰ ਪਤਾ ਲੱਗ ਸਕੇ ਕਿ ਮੈਂ ਕੀ ਕੀਤਾ ਪਵਾੜੇ। ਤੁਹਾਡੇ ਕਈ ਸਪੋਰਟਰਾਂ ਵੱਲੋਂ ਬੜੇ ਦਾਅਵੇ ਵੀ ਕੀਤੇ ਗਏ ਕਿ ਹਨੇਰੀਆਂ ਰਾਤਾਂ ਦੇ ਵਿੱਚ ਚਮਕਮਨ ਦੀ ਬੇਲੀਆਂ ਦੇ ਵਿੱਚ ਵੀ ਇਹ ਦਾਅਵਾ ਹੋ ਗਿਆ ਕਿ ਵੀ ਜੋਗਿੰਦਰ ਸਿੰਘ ਮਾਨ ਹੀ ਅਗਲਾ ਕੈਂਡੀਡੇਟ ਹੋਏਗਾ। ਦੇਖੋ, ਮੈਂ ਤੁਹਾਨੂੰ ਪਹਿਲੀ ਗੱਲ ਦੱਸਦੀ ਸੀ, ਮੈਂ ਪੈਸਾ ਨਹੀਂ ਖਰਚ ਸਕਦਾ ਜੇ ਇੱਦਾਂ ਦੀ ਗੱਲ ਕਰੀ। ਉਸ ਤਰ੍ਹਾਂ ਨੂੰ ਕੋਈ ਇਲੀਗਲ ਸਿੱਧੂ ਸਾਹਿਬ ਨਾਲ ਕੁਛ ਤੁਹਾਨੂੰ ਹੁਣ ਲੱਗਦਾ ਕਿ ਇਹ ਪੈਸੇ ਦੇ ਕੇ ਮੈਨੂੰ ਇੰਝ ਮੈਂ ਇਲੀਗਲ ਤਰੀਕੇ ਨਾਲ ਹੋ ਸਕਦਾ ਕੀਤਾ ਹੋ। ਮਤਲਬ ਇਹ ਜੇ ਤਾਂ ਕਾਂਗਰਸ ਕਲਚਰ ਦੇ ਨਾਲ ਚੱਲਣਾ ਤਾਂ ਫਿਰ ਇੱਥੇ ਵਾਲੇ ਬੰਦਿਆਂ ਨੇ ਵੋਟਾਂ ਪਾਉਣੀਆਂ, ਮੈਨੂੰ ਗਰਾਂ ਵਾਲੇ ਬੰਦੇ ਨੇ ਵੋਟ ਨਹੀਂ ਪਾਉਣੀ। 1,90,000 ਵੋਟ ਹੈ, ਇਹਦੇ ਵਿੱਚ ਜੇ ਧਾਰੀਵਾਲ ਨੂੰ ਕਿਸ ਚੀਜ਼ ਦਾ ਹੰਕਾਰ ਆ, ਮਾਣ ਆ, ਪੈਸੇ ਦਾ ਮਾਣ ਆ, ਜੋ ਕੁਛ ਹੈ ਉਹ ਤਾਂ ਮੈਨੂੰ ਪਤਾ ਉਹਦੇ ਕੋਲ ਹੈਗਾ। ਉਹ ਪੈਸੇ ਹੁਣ ਇੱਕ ਇਲੈਕਸ਼ਨ ਦੇ ਵਿੱਚ ਹੈ, ਉਹਨੂੰ ਪਤਾ ਲੱਗ ਜਾਊਗਾ। ਕਿ ਫਗਵਾੜੇ ਦੇ ਜਿਹੜੇ ਲੋਕਲ ਆਪ ਦੇ ਪਹਿਲਾਂ ਤੋਂ ਲੀਡਰ ਹੈਗੇ ਆ ਜਾਂ ਵਰਕਰ ਵੀ ਹੈਗੇ ਆ, ਉਹਨਾਂ ਵਿੱਚ ਕੁਝ ਸੁਣਨ ਨੂੰ ਆ ਰਿਹਾ, ਸੋਸ਼ਲ ਮੀਡੀਆ ਉੱਤੇ ਚਰਚਾ ਵੀ ਚੱਲ ਰਹੀ ਆ ਕਿ ਉਹ ਨਾਰਾਜ਼ ਚੱਲ ਰਹੇ ਆ ਮਾਨ ਸਾਹਿਬ ਦੇ ਪਾਰਟੀ ਜਾਣ ਨਾਲ। ਕਿਸੇ ਦੇ ਨਾਲ ਮੈਂ ਕੋਈ ਗਲਤ ਗੇਮ ਖੇਡੀ ਹੋਵੇ, ਮੇਰਾ ਨਹੀਂ ਖਿਆਲ ਕੋਈ ਮੈਨੂੰ ਇਸ ਗੱਲ 'ਤੇ ਕਹਿ ਦੇਵੇ। ਜੇ ਮੈਨੂੰ ਕੋਈ ਇੱਦਾਂ ਦੀ ਗੱਲ ਕੋਈ ਦੱਸ ਦੇ, ਮੈਂ ਪਾਰਟੀ ਛੱਡ ਦੂੰਗਾ, ਮੈਂ ਪੋਲੀਟਿਕਸ ਹੀ ਛੱਡ ਦੂੰਗਾ। ਤੁਹਾਡੇ ਇੱਕ ਦੋ ਪੁੱਤ ਬਹੁਤ ਮਸ਼ਹੂਰ ਮੰਨੇ ਜਾਂਦੇ ਸੀਗੇ, ਸੰਜੀਵ ਬੁੱਗਾ ਤੇ ਦਲਜੀਤ ਰਾਜੂ। ਚਲੋ ਸੰਜੀਵ ਬੁੱਗਾ ਜੀ ਧਾਲੀਵਾਲ ਸਾਹਿਬ ਨਾਲ ਹੋਊਗਾ ਜਦੋਂ ਵੀ, ਪਰ ਤੁਹਾਡੇ ਨਾਲ ਪਿਆਰ ਤਾਂ ਰਹਿੰਦਾ ਹੀ ਆ, ਉਹ ਤਾਂ ਰਹਿਣਾ ਵੀ ਆ ਜੇ ਪੇ ਪੁੱਤ ਵਾਲਾ ਪਿਆਰ ਆ। ਪਰ ਉਹ ਹੁਣ ਤੁਹਾਡੇ ਪੁੱਤ ਕਿੱਧਰ ਜਾਣਗੇ? ਉਹ ਪੇ ਨਾਲ ਚੱਲਣਗੇ ਜਾਂ ਉਹ ਕਾਂਗਰਸ ਨਾਲ ਚੱਲਣਗੇ? ਮੇਬੀ ਮੇਰਾ ਪੁੱਤ ਨੰਬਰ 1 ਹੋਵੇ ਜਾਂ 2 ਹੋਵੇ, ਬੁੱਗਾ ਹੋਵੇ ਜਾਂ ਰਾਜੂ ਹੋਵੇ, ਮੈਂ ਇਲੈਕਸ਼ਨ ਕਿਸੇ ਨੂੰ ਸਵੇਰ ਨਹੀਂ ਕਰਨਾ। ਚੰਡੀਗੜ੍ਹ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਹਨੀਸ਼ ਮਹਿਤਾ ਤੇ ਅੱਜ ਅਸੀਂ ਗੱਲ ਕਰਾਂਗੇ ਫਗਵਾੜਾ ਦੀ ਸਿਆਸਤ ਦੇ ਵਿੱਚ। ਤੇ ਮੇਰੇ ਨਾਲ ਬੈਠੇ ਸ਼ਖਸ ਨੂੰ ਤੁਸੀਂ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਹੜੀ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ 50 ਸਾਲ ਬਾਅਦ ਕਾਂਗਰਸ ਤੋਂ ਅਸਤੀਫਾ ਦੇ ਕੇ ਤੇ ਫਗਵਾੜੇ ਦੀ ਸਿਆਸਤ ਵਿੱਚ ਇੱਕ ਧਮਾਕਾ ਨਹੀਂ ਕਹਿ ਸਕਦੇ, ਇੱਕ ਭੁਚਾਲ ਲਿਆ ਕੇ ਰੱਖ ਦਿੱਤਾ। ਤੇ ਹੁਣ ਅਸੀਂ ਗੱਲਬਾਤ ਕਰਾਂਗੇ ਮਾਨ ਸਾਹਿਬ ਨਾਲ। ਤੇ ਮਾਨ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ। ਸਾਰੇ ਚੰਡੀਗੜ੍ਹ ਖਬਰਨਾਮਾ ਦੇ ਸਾਰੇ ਦਰਸ਼ਕ ਵੀਰਾਂ ਨੂੰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਮਾਨ ਸਾਹਿਬ, ਜਿੰਨਾ ਕੁ ਮੈਂ ਤੁਹਾਨੂੰ ਜਾਣਦਾ ਜਾਂ ਜੋ ਮੇਰੀ ਹੋਸ਼ ਸੰਭਾਲੇ ਤੇ ਜਿਹੜੇ ਜੋਗਿੰਦਰ ਸਿੰਘ ਮਾਨ ਨੂੰ ਮੈਂ ਜਾਣਦਾ, ਉਹ ਜੋਗਿੰਦਰ ਸਿੰਘ ਮਾਨ ਉਹ ਮਾਨ ਸੀ ਜਿਹੜਾ ਕਹਿੰਦੇ ਸੀਗੇ ਕਿ ਮੈਂ ਜਿਸ ਦਿਨ ਮਰ ਵੀ ਗਿਆ ਤਾਂ ਮੇਰੇ ਤੇ ਕਾਂਗਰਸ ਦਾ ਝੰਡਾ ਪੈ ਕੇ ਜਾਊਗਾ। ਤੇ ਪਰ ਇਹ ਐਸੀ ਕੀ ਸਿਚੁਏਸ਼ਨ ਬਣੀ ਕਿ ਜਿਹੜਾ ਮਾਨ ਸਾਹਿਬ ਅੱਜ ਝਾੜੂ ਵਾਲੇ ਪਾਸੇ ਚਲੇ ਗਏ? ਝੰਡਾ ਤਾਂ ਹੁਣ ਵੀ ਉਹ ਨੈਸ਼ਨਲ ਫਲੈਗ ਹੀ ਪਊਗਾ, ਕਿਉਂਕਿ ਮੈਂ ਮਿਨਿਸਟਰ ਹਾਂ, ਕਿਤੇ ਵੀ ਜਾਵਾਂ ਉਹ ਤਾਂ ਨਹੀਂ। ਨੈਸ਼ਨਲ ਫਲੈਗ ਤੇ ਕਾਂਗਰਸ ਦੇ ਫਲੈਗ ਦਾ ਫਰਕ ਹੈ ਨਾ। ਕੋਈ ਮਜਬੂਰੀ ਖਾਸ ਨਹੀਂ। ਜੋ ਪਿਛਲਾ ਸਮਾਂ ਗਿਆ ਆ, ਮੈਂ ਬੜਾ ਲੰਮੇ ਸਮੇਂ ਤੋਂ ਨਾ ਜਾਵਾਂ, ਤੋ ਸਨ 17 'ਚ ਇਲੈਕਸ਼ਨ 'ਚ ਮੈਂ ਲੂਜ਼ ਕੀਤਾ ਸੀ 1909 ਵੋਟਾਂ ਦੇ। ਬਾਈ ਇਲੈਕਸ਼ਨ ਹੋਇਆ 19 ਵਿੱਚ। ਮੇਰੇ 'ਤੇ ਕੋਈ ਐਲੀਗੇਸ਼ਨ ਨਹੀਂ ਹੈ। ਸਾਰੀ ਸਿਆਸਤ ਵਿੱਚ ਮੈਂ ਤਾਂ ਸਭ ਤੁਸੀਂ ਸਾਰੇ ਜਨ ਮੇਰੇ ਸੱਜਣ ਦੋਸਤ ਬੈਠੇ ਹੋ, ਕੋਈ ਐਲੀਗੇਸ਼ਨ ਮੇਰੇ ਜਾਂ ਮੇਰੇ ਪਰਿਵਾਰ 'ਤੇ ਲੱਗਾ ਹੋਵੇ ਤਾਂ ਮੈਂ ਗਿਲਟੀ ਹੋ ਸਕਦਾ। 17 ਦੀ ਇਲੈਕਸ਼ਨ ਤੋਂ ਬਾਅਦ ਬਾਈ ਇਲੈਕਸ਼ਨ ਆ ਗਿਆ। ਕੈਪਟਨ ਸਾਹਿਬ, ਚਲੋ ਅਸੀਂ ਬੈਠੇ ਸੋਈ, ਮੇਰੇ ਪਿਤਾ ਸਮਾਨ ਸਾਨੂੰ ਨਾਲ ਗੱਲ ਹੋਈ ਸਾਰੀ, ਕਹਿੰਦੇ ਮਾਨ ਸਾਹਿਬ ਤੁਹਾਨੂੰ ਉੱਧਰ ਬਣਾ ਦਿੰਦੇ, ਐਗਰੋ ਇੰਡਸਟਰੀ ਦਾ ਚੇਅਰਮੈਨ ਬਣ ਗਏ। ਕੈਬਨਿਟ ਰੈਂਕ ਨਹੀਂ ਦਿੱਤਾ, ਮਿਸਟਰ ਚੰਨੀ ਮੈਨੂੰ ਕੈਬਨਿਟ ਰੈਂਕ ਦੇ ਦਿੱਤਾ। ਲੇਕਿਨ ਜਿਹੜੇ ਵਿਧਾਇਕ ਦੀ ਚੁਆਇਸ ਉਹਨਾਂ ਕੀਤੀ ਸੀ ਉਹ ਕਾਂਗਰਸ ਕਲਚਰ 'ਚ ਫਿੱਟ ਹੀ ਨਹੀਂ ਹੋਇਆ। ਜਿਹੜੇ ਅਸੀਂ ਲੋਕ ਵੀ ਪੀਪਲ, ਤੁਸੀਂ ਇਹ ਕਹਿੰਦੇ ਵੀ ਅਸੀਂ ਮਰਨ ਤੱਕ ਵੀ ਕਾਂਗਰਸ ਦੇ ਨਾਲ ਹੈ, ਬਿਲਕੁਲ ਠੀਕ ਹੈ। ਪਰ ਜਿਹੜੇ ਬੰਦੇ ਨੂੰ ਇੱਕਦਮ ਵੈਲਫੇਅਰ ਡਾਇਰੈਕਟਰ ਤੋਂ ਰਿਜ਼ਾਈਨ ਕਰਾ ਕੇ ਇੱਥੇ ਫਗਵਾੜੇ ਕੀਤਾ ਪੁੱਟ, ਉਹਦੀ ਕਾਰਗੁਜ਼ਾਰੀ ਜਿਹੜੀ ਸੀ, ਮੈਂ ਸੱਚੀ ਗੱਲ ਦੱਸਾਂ, ਮੈਂ ਤਾਂ ਤੁਸੀਂ ਜਿੰਨੇ ਸਾਰੇ 3-4 ਜਣੇ ਬੈਠੋ, ਤੁਸੀਂ ਮੇਰੀ ਇਕੱਲੀ ਗੱਲ ਨੂੰ ਜਾਣਦੇ ਹੋ, ਇਕੱਲੀ ਰੱਖ ਨੂੰ ਜਾਣਦੇ ਹੋ ਕਿ ਮੈਂ ਕਿੰਨਾ ਕੁ ਬੇਈਮਾਨ ਹਾਂ, ਕਿੰਨਾ ਕੁ ਇਮਾਨਦਾਰ ਹਾਂ, ਉਹ ਸਾਰੀ ਗੱਲ ਜਾਣਦੇ ਹੋ। ਹੁਣ ਜੋ ਚੇਂਜ ਹੋਈ ਆ 19 ਦੇ ਵਿੱਚ, ਬਸੀ ਲੋਕਾਂ ਨੇ, ਹਰਜੀਤ ਸਿੰਘ ਪਰਿਵਾਰ, ਮੈਂ, ਦਿਲਜੀਤ ਰਾਜੂ ਜਿੰਨੇ ਸਾਡੇ ਪਾਰਟੀ ਦੇ ਹੈ, ਤੁਸੀਂ ਆਪ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਜਿਹੜਾ ਉਹਨਾਂ ਕਲਚਰ ਹੈਗਾ, ਜਿਹੜੇ ਲੋਕ ਹੈਗੇ ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ। ਪਹਿਲੀ ਗੱਲ, ਹਰਜੀਤ ਨੂਰ ਦਾ ਇਲੈਕਸ਼ਨ ਆ ਗਿਆ ਕਾਂਗਰਸ ਕਮੇਟੀ। ਮੈਂ ਹਾਲਾਂਕਿ ਮੈਂ ਨੰਬਰ 1 'ਤੇ ਸੀ ਇਹਨੂੰ ਇਲੈਕਸ਼ਨ ਜਿਤਾਉਣ ਦੇ ਵਿੱਚ, ਕਿਉਂਕਿ ਮੈਂ ਆਪਣੇ ਆਪ ਨੂੰ ਸੈਕਰੀਫਾਈ ਕੀਤਾ। ਜਿਹੜੀ ਮੈਂ ਗੱਲ ਕੁੰਡੀ ਜਿਹੜੀ ਵਿੱਚੋਂ ਹੁਣੇ ਖੋਲ੍ਹਣਾ, ਮੈਨੂੰ 43,000 ਵੋਟ ਮਿਲੀ। ਧਾਲੀਵਾਲ 26,000 ਦੇ ਜਿੱਤੇ 49,000 ਵੋਟ ਲੈ ਕੇ 6,000 ਦਾ ਫਰਕ ਹੈ। 6,000 ਦੇ ਫਰਕ 'ਚ ਮੇਰੀ ਕਿੰਨੀ ਪੋਜੀਸ਼ਨ ਕਮਜ਼ੋਰ ਹੋ ਗਈ ਸੀ 19 ਦੇ ਵਿੱਚ।
ਚਲੋ ਇੱਕ ਲੌਬੀ ਸੀ, ਮੇ ਵੀ ਕੋਈ ਲੌਬੀ ਹੋਵੇ, ਰੈਸਟੋਕੇਟ ਹੋਣ, ਬਰੋਕੇਟਸ ਹੋਣ ਵਗੈਰਾ ਜੋ ਵੀ ਹੈ ਉਹਨਾਂ ਨੇ ਆਪਣੀ ਇੱਕ ਲਾਈਨ ਖਿੱਚ ਲਈ। ਮੈਂ ਆਈ ਐਗਰੀ, ਮੈਂ ਮੰਨ ਗਿਆ ਸਾਰਾ ਕੁਛ। ਉਹ 2-3 ਹੋਰ ਵੀ ਕਮਿਟਮੈਂਟ ਸੀ, ਚਲੋ ਪੂਰੀਆਂ ਨਹੀਂ ਹੋਈਆਂ। ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਹੋਇਆ, ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਗੱਲ ਸੀ ਰਾਜੂ ਬਾਰੇ, ਉਹ ਵੀ ਸੀ। ਹਰਜੀ ਕਹਿੰਦਾ ਮੈਂ CM ਸਾਹਿਬ ਕਹਿੰਦੇ ਕੈਪਟਨ ਸਾਹਿਬ ਵੀ ਮੈਂ ਨੌਕਰੀ ਲਾ ਦੇਣ, ਉਹਨਾਂ ਨੇ ਮੈਂ ਸਰ ਨੌਕਰੀ। ਤਾਂ ਅੱਜ ਇਹ ਜਦੋਂ ਉਸ ਤੋਂ ਬਾਅਦ ਜਿਹੜੀ ਗੱਲ ਜ਼ਿਆਦਾ ਮੈਨੂੰ 2 ਗੱਲਾਂ 'ਤੇ ਮੈਂ ਐਰਕ ਹੋਇਆ ਜ਼ਿਆਦਾ। ਡਾਕਟਰ ਦੇਸ ਸਾਹਿਬ ਨੂੰ ਜਾਣਦੇ ਹੋ, ਜਿਹੜੇ ਸ਼ਦਰਾ ਜਾਣਦਾ MP ਸਾਹਿਬ ਨੂੰ ਕਮੇਟੀ 'ਚ ਮਲਕੀਤ ਸਿੰਘ, ਕਰਮ ਸਿੰਘ ਹੁਣੇ ਮਰ ਗਏ, ਬਾਦ ਸਾਹਿਬ ਹੈਗੇ, ਕੁਛ ਹੋਰ ਮੈਂਬਰ ਮਰ ਗਏ। ਅਸੀਂ ਉਦੋਂ ਸਰਵੇ ਕਰਾਇਆ ਸੀ ਫਗਵਾੜੇ ਦਾ ਵੀ ਜ਼ਿਲ੍ਹਾ ਬਣਿਆ, ਜਿਹੜੀ ਮੇਨ ਗੱਲ ਹੈ। ਜੇ ਹੁਣ ਮਲੇਰਕੋਟਲਾ ਜ਼ਿਲ੍ਹਾ ਬਣ ਸਕਦਾ, ਨਵਾਂਸ਼ਹਿਰ ਜ਼ਿਲ੍ਹਾ ਬਣ ਗਿਆ, ਬਠਿੰਡੇ ਉਹਦੇ ਬਟਾਲੇ ਵੱਲ ਹੋ ਗਈਆਂ ਸਾਰੀਆਂ, ਤਹਿਸੀਲ ਬਣ ਗਿਆ, ਆਦਮਪੁਰ ਬਣ ਗਿਆ, ਔਰ ਛੋਟੀਆਂ ਗੱਲਾਂ ਜਿਹੜੀਆਂ ਇਹ ਸਾਰੀਆਂ ਸੀ। ਮੈਂ ਇਹ ਸਮਝਦਾ ਸੀ ਵੀ ਜੇ ਉਹ ਸਾਡਾ ਬੜਾ ਜੈਨੂਅਨ ਕੇਸ ਸੀ, ਪ੍ਰਿੰਸੀਪਲ ਸੈਕਟਰੀ ਵੀ ਇੱਥੇ ਆਇਆ ਸੀਗਾ। ਸੋ ਉਦੋਂ ਫਿਰ ਦੇਸ ਸਾਹਿਬ ਦੇ ਮਰਨ ਦਾ, ਕਰਮ ਸਿੰਘ ਮਲਕੀਤ ਮਰਨ ਦੇ ਨਾਲ ਉਹ ਡਰੋਪ ਹੋ ਗਈ, ਲੇਕਿਨ ਮੈਂ ਉਹ ਜਾਰੀ ਸੰਘਰਸ਼ ਜਾਰੀ ਰੱਖਿਆ। ਇਹ ਜਿਹੜਾ ਪਿੱਲਰ ਵਾਲਾ ਪੁਲ ਹੈ, ਇਹਦੀ ਗੱਲ ਹੋਈ, ਅਸੀਂ ਉਸ ਵੇਲੇ ਜਿਹੜੇ ਸਾਂਪਲਾ ਸਾਹਿਬ ਮਿਨਿਸਟਰ ਸੀ ਉਹ ਕਹਿ ਕੇ ਅਸੀਂ ਸੋਮ ਪ੍ਰਕਾਸ਼ ਨੇ ਅਰਥ ਦਾ ਸੀ ਬਣਵਾ ਲਿਆ। ਜਦੋਂ ਹੁਣ ਧਾਲੀਵਾਲ ਸਾਹਿਬ ਆ ਗਏ ਨੇ, ਹੁਣ ਜਦੋਂ ਫਗਵਾੜੇ ਨੂੰ ਇਹਨਾਂ ਆਪਣੇ ਹੱਥਾਂ ਦੇ ਨਾਲ, ਤੁਸੀਂ ਡੱਡੇ ਮਹੱਲੇ ਜਾਣਦੇ ਹੋਣੇ ਕਿਸ ਤਰ੍ਹਾਂ ਡਰੇਨ ਸੀ। ਇੱਕ ਬਜ਼ੁਰਗ ਸਨ, ਉਹਨਾਂ ਦਾ ਮੈਨੂੰ ਰਾਂਝਾ ਰਾਮ ਜੀ ਉਹ ਕਹਿੰਦੇ ਸੀ ਸਾਡੇ ਕੁੜੀਆਂ ਦੇ ਰਿਸ਼ਤੇ ਹੁੰਦੇ, ਮਾਨ ਸਾਹਿਬ ਨਾਲਾ ਜੋ, ਫਿਰ ਇਹ ਨਾਲਾ ਹੋਰ ਨਾਲੇ ਦਾ ਰੋਡ ਸੜਕਾਂ ਸਾਰੀਆਂ। ਅਤੇ ਇੱਕ ਮੇਰਾ ਆਪਣੀ ਜਿਹੜੀ ਪਾਰਟੀ ਪ੍ਰਤੀ ਮੇਰੀ ਕੰਮ ਸੀ ਉਹ ਮੈਂ ਗੌਰਮੈਂਟ ਦੇ ਵਿੱਚ ਕੀਤੇ। ਹੁਣ ਜਿਹੜੀ ਗੱਲ ਸੀ 2 ਗੱਲਾਂ 'ਤੇ ਮੈਂ, ਇੱਕ ਤਾਂ ਡਿਸਟ੍ਰਿਕਟ ਦੀ ਹੈਗੀ ਗੱਲ, ਇੱਕ ਹੈ ਸਕਾਲਰਸ਼ਿਪ ਦੀ। ਸਕਾਲਰਸ਼ਿਪ ਦੇ ਕੇਸ ਦੇ ਵਿੱਚ ਕਿਰਪਾ ਸੰਘਰਸ਼ ਹੋਇਆ, IAS ਅਫਸਰ ਹੈ, ਉਹਨਾਂ ਮੇਰੇ ਨਾਲ ਪਹਿਲੋਂ ਰਹੇ, ਕਾਰਪੋਰੇਸ਼ਨ 'ਚ ਰਹੇ ਮੇਰੇ ਨਾਲ। ਜੇ ਉਹਨੇ ਉਹਦੇ ਵਿੱਚ ਐਜ ਏ ਪ੍ਰਿੰਸੀਪਲ ਸੈਕਟਰੀ ਜੋ ਘਪਲਾ ਹੋਇਆ ਸਕਾਲਰਸ਼ਿਪ ਦੇ ਵਿੱਚ, ਸੰਨ 13-14 'ਚ ਡਾਕਟਰ ਮਨਮੋਹਨ ਸਿੰਘ ਸਕੀਮ ਕੀਤੀ ਸੀ ਸਕਾਲਰਸ਼ਿਪ ਵਾਲੇ, ਪਹਿਲਾਂ 100% ਸੀ। ਫਿਰ ਮੋਦੀ ਸਾਹਿਬ ਦੇ ਨਾਲ ਬਾਦਲ ਸਾਹਿਬ ਆਏ, ਜਦੋਂ ਉਹਨਾਂ ਨੇ ਇਹਨਾਂ 'ਚ ਕੁਛ ਉਹਨਾਂ ਨੇ ਸਰਕਾਰ ਦੇ ਵਿੱਚ ਦੇਖਿਆ ਵੀ ਨਾ ਯਾਰਾਫੇਰੀ ਕੀਤੀ, ਜਦੋਂ ਨਵੇਂ ਸ਼ਹਿਰ ਮੁੰਡੇ ਕੁੱਟੇ ਆ, ਹਾਂਜੀ, ਟੈਕਨੀਕਲ ਕਾਲਜ, ਉਦੋਂ 60-40 ਦੀ ਰਿਸ਼ੋ, 60 ਸੈਂਟਰ 40 ਹੈ। ਉਸ ਤੋਂ ਬਾਅਦ ਹੌਲੀ ਬ੍ਰੇਕ ਕਰਦੇ ਉਹ ਜਿਹੜਾ ਪੈਸਾ ਸੀ ਉਹ ਪੋਲੀਟੀਕਲ ਪਾਰਟੀਆਂ ਆਪਣੇ ਖਰਚੇ ਕਰਨੇ, ਮੁੰਡੇ ਟੌਪ ਹੋ ਗਏ। ਜੋ ਮੋਟੀ ਫਿਗਰ ਮੈਨੂੰ ਯਾਦ ਹੈ 14-15-16 ਲੱਖ ਦੀ, 14 ਤੋਂ ਲੈ ਕੇ 15 ਤੋਂ ਲੈ ਕੇ ਇੰਨੀ ਰੇਂਜ ਹੈਗੀ। ਇੰਨੇ ਬੰਦਿਆਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਕਰਨਾ, ਫਿਰ ਜਦੋਂ ਗੱਲ ਨੰਗੀ ਹੋ ਗਈ ਹੈ, ਪ੍ਰਿੰਸੀਪਲ ਸੈਕਟਰੀ ਕਿਰਪਾ ਸਿੰਘ ਸਰੋਜ ਨੇ ਗੱਲ ਲਿਖ ਦਿੱਤੀ ਹੈ, ਸਾਰੀ ਗੱਲ ਦੱਸ ਦਿੱਤੀ ਹੈ, ਵਿਧਾਨ ਸਭਾ 'ਚ ਗੱਲ ਡਿਸਕਸ ਹੋਈ ਹੈ, ਅਤੇ CM ਕੈਪਟਨ ਸਾਹਿਬ ਉਹਨੂੰ ਕਲੀਨ 'ਚ ਰੱਖਦੇ। ਉਸ ਤੋਂ ਬਾਅਦ ਜਿਹੜੇ ਅੱਜ ਮਿਨਿਸਟਰ ਹੈਗੇ ਸੋਸ਼ਲ ਵੈਲਫੇਅਰ ਵਾਲੇ, ਮੈਨੂੰ ਉਹਨਾਂ ਨੇ ਦੱਸਿਆ ਕਿ ਮਾਨ ਸਾਹਿਬ ਇਹ ਜਿਹੜੇ ਬੰਦੇ ਹੈ, ਕੁਝ ਬੰਦਿਆਂ 'ਤੇ FIR ਹੋਈ ਹੋਣੀ ਹੈ, ਇਹ ਬੰਦੇ ਉਸ ਨੈਟ ਦੇ ਵਿੱਚ ਹੈਗੇ। ਇੱਕ ਦਿਸ ਵਿਧਾਇਕ ਸਾਬਕਾ ਦਾ ਇਹੋ, ਅਤੇ ਸਾਬਕਾ ਵਿਧਾਇਕ ਜਿਹੜੇ ਸਭ ਸਿੰਘ ਹੋਣੇ। ਫਿਰ ਉਸ ਤੋਂ ਬਾਅਦ ਸਭ ਕੁਝ ਦੇਖਣ ਤੋਂ ਬਾਅਦ 7-6-7 SDM ਕੁਰਸੀ 'ਤੇ ਬੈਠਾ, ਕਿੰਨੇ ਤਹਿਸੀਲਦਾਰ ਬਦਲੇ ਨੇ, ਜੋ ਕੁਛ ਕਾਰਪੋਰੇਸ਼ਨ 'ਚ ਹੋਇਆ। ਮੈਨੂੰ ਟੈਂਡਰ ਦੇ ਵਿੱਚ ਕੀ ਕੌਣ ਲੈਂਦਾ ਕਿੱਦਾਂ ਨਹੀਂ, ਮੈਨੂੰ ਇਸ ਸਿਸਟਮ ਦਾ ਕੋਈ ਪਤਾ ਨਹੀਂ। ਹੁਣ ਮੈਨੂੰ ਪਤਾ ਲੱਗਾ ਕਿਸ ਤਰ੍ਹਾਂ ਪੈਸਾ ਜਿਹੜਾ ਉਹ ਕਿਸ ਤਰ੍ਹਾਂ ਗ੍ਰੈਬ ਹੋਇਆ। ਲੋਕਾਂ ਦੇ ਪੈਸੇ ਇਕੱਠੇ ਕਰਕੇ, ਉਹਨਾਂ ਕੋਲ ਪੈਸੇ ਲੈ ਕੇ, ਕਾਰਪੋਰੇਸ਼ਨ ਕਰਪਸ਼ਨ ਕਰਕੇ, SDM ਦਫ਼ਤਰ ਤਹਿਸੀਲ ਦੇ ਕਰਪਸ਼ਨ ਕਰਕੇ, ਪੈਸਾ ਬਹੁਤ ਸਾਰਾ ਤੁਸੀਂ ਇਕੱਠਾ ਕਰਕੇ ਟਿਕਟ ਨੂੰ ਖਰੀਦ ਕੇ ਲੈਂਦੇ ਹੋ, ਅਤੇ ਜੋਗਿੰਦਰ ਸਿੰਘ ਇਸ ਗੱਲ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ। ਮੈਂ ਜਦੋਂ ਕੱਲ੍ਹ ਮੇਰੀ ਚੰਡੀਗੜ੍ਹ ਇੰਟਰਵਿਊ ਹੋਈ ਹੈ, ਕੋਈ ਸਾਡੇ ਤੁਹਾਡੇ ਸੱਜਣੇ ਸਨ, ਮੈਂ ਕਿਹਾ ਜੇ ਕਿਸਮਤ ਚੰਗੀ ਹੋਵੇ, ਅੱਜ ਜੇ ਮੇਰੀ ਕਿਸੇ ਪਰਮਾਤਮਾ ਮੈਨੂੰ ਸਾਥ ਦਿੰਦਾ ਅਤੇ ਮੇਰਾ ਜੋੜ ਜਿਹੜਾ ਧਾਰੀਵਾਲ ਨਾ ਪਵੇ, ਤਾਂ ਕਿ ਮੈਨੂੰ ਇਹਨੂੰ ਪਤਾ ਲੱਗ ਸਕੇ ਕਿ ਮੈਂ ਕੀ ਕੀਤਾ ਫਗਵਾੜੇ। ਇਸ ਕਰਕੇ 2 ਇਸ਼ੂ ਦੇ ਉੱਤੇ ਮੈਂ ਕਾਂਟਸ ਨੂੰ ਬ੍ਰੇਕ ਕੀਤਾ। ਅੱਖੀਂ ਦੇਖ ਕੇ ਮੱਖੀ ਨਹੀਂ ਖਾਧੀ ਜਾਂਦੀ, ਲੇਕਿਨ ਇਹ ਅੱਖੀਂ ਦੇਖ ਕੇ ਮੱਖੀ ਖਾ ਚੁੱਕੇ ਆ ਸਾਡੇ ਜਿਹੜੇ ਕਾਂਟਸ ਵਾਲੇ। ਪਰ ਜਿੱਦਾਂ ਤੁਸੀਂ ਕਾਂਗਰਸ ਨੂੰ ਲੀਵ ਕਰ ਦਿੱਤਾ, ਪਰ ਜੇ ਆਪਾਂ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਮੌਜੂਦਾ ਕਾਂਗਰਸ ਦੇ ਪ੍ਰਧਾਨ ਆ, ਉਹਨਾਂ ਨਾਲ ਤੁਹਾਡੀ ਬੜੀ ਨੇੜਤਾ ਵੀ ਸੀ। ਈਵਨ ਕਿ ਜਦੋਂ ਤੁਸੀਂ ਬਾਈਪਾਸ 'ਤੇ ਉਹਨਾਂ ਦਾ ਸਵਾਗਤ ਕੀਤਾ, ਉਹ ਤੁਹਾਨੂੰ ਗੱਡੀ 'ਚ ਵੀ ਬਿਠਾ ਕੇ ਲੈ ਕੇ ਗਏ। ਤੁਹਾਡੇ ਕਈ ਸਪੋਰਟਰਾਂ ਵੱਲੋਂ ਬੜੇ ਦਾਅਵੇ ਵੀ ਕੀਤੇ ਗਏ ਕਿ ਹਨੇਰੀਆਂ ਰਾਤਾਂ ਦੇ ਵਿੱਚ, ਚਮਕਮਾਨ ਦੀ ਬੇਲੀਆਂ ਦੇ ਵਿੱਚ ਵੀ ਇਹ ਦਾਅਵਾ ਹੋ ਗਿਆ ਕਿ ਵੀ ਜੋਗਿੰਦਰ ਸਿੰਘ ਮਾਨ ਹੀ ਅਗਲਾ ਕੈਂਡੀਡੇਟ ਹੋਏਗਾ। ਬਿਲਕੁਲ ਤੁਹਾਡੀ ਗੱਲ ਸੁਣਾ ਹੈ, ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਸਿੱਧੂ ਸਾਹਿਬ ਨੇ ਇੱਥੇ ਆਉਣਾ ਸੀ, ਐਕਚੁਅਲੀ ਇਹ ਗੱਲ 'ਚ ਦੌੜ ਲੱਗੀ ਹੋਈ ਸੀ ਜੋਗਿੰਦਰ ਸਿੰਘ ਇੱਥੇ ਬੁਲਾਉਣਾ, ਸਿੱਧੂ ਨੂੰ ਉਹ ਬੁਲਾਉਂਦਾ। ਦੇਖੋ ਮੈਂ ਤੁਹਾਨੂੰ ਪਹਿਲੀ ਗੱਲ ਦੱਸਦੀ ਸੀ, ਮੈਂ ਪੈਸਾ ਨਹੀਂ ਖਰਚ ਸਕਦਾ ਜੇ ਇੱਦਾਂ ਦੀ ਗੱਲ ਕਰੇ। ਹੋ ਸਕਦਾ ਉਹਨੂੰ ਕੋਈ ਇਲੀਗਲ ਸਿੱਧੂ ਸਾਹਿਬ ਨਾਲ ਕੁਛ, ਤੁਹਾਨੂੰ ਹੁਣ ਲੱਗਦਾ ਕਿ ਇਹ ਪੈਸੇ ਦੇ ਕੇ ਮੈਨੂੰ ਇੰਝ ਮੈਂ ਇਲੀਗਲ ਤਰੀਕੇ ਨਾਲ ਹੋ ਸਕਦਾ ਕੀਤਾ ਹੋਵੇ। ਬੰਦੇ ਬਾਹਰੋਂ ਲਿਆ ਕੇ ਤੁਸੀਂ ਇੱਥੇ ਲੋਕਲ ਪਸੰਦੇ ਹੋ, ਮੈਂ ਇੱਥੋਂ ਦਾ ਲੋਕਲ ਪਸੰਦ ਹੈ, ਇਹ ਉੱਥੋਂ ਦੇ ਲੋਕਲ ਪਸੰਦ ਹੈ। ਜੇ ਮੈਂ ਬੰਦਿਆਂ ਦੇ ਪਿੰਡ ਦੇ ਇਕੱਲੇ ਬੰਦੇ ਦਾ ਨਾਮ ਦੱਸ ਸਕਦਾ, ਇਕੱਲੇ ਬੰਦੇ ਰਿਕੋਗਨਾਈਜ਼ ਕਰਦਾ, ਇਕੱਲੇ 50 ਵਾਰਡ ਦੇ ਬੰਦੇ ਰਿਕੋਗਨਾਈਜ਼ ਕਰਦਾ,
ਤੇ ਧਾਲੀਵਾਲ ਫਿਰ ਬਾਹਰੋਂ ਬੰਦੇ ਕੀ ਆਉਣ ਦੀ ਲੋੜ ਸੀ, ਉਹਨੂੰ ਬਾਹਰੋਂ ਬੰਦੇ ਲੈ ਕੇ ਇੱਥੋਂ ਲੈਣ ਦੇ, ਸਰਾੜੀ ਤੋਂ ਲੈਣ ਦੇ, ਦਾਦੂਵਾਲ ਤੋਂ ਲੈਣ ਦੇ, ਤੇ ਬੰਗਿਆਂ ਤੋਂ ਬੰਦੇ ਲੈਣ ਦੇ। ਜੇ ਇੰਨੀ ਗੱਲ ਹੈ ਤਾਂ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆ ਰੋਇੰਗੜ ਦਲ ਦਾ, ਮੈਂ 6 ਵਜੇ ਸਵੇਰੇ ਮੀਟਿੰਗ ਕਰਾ ਦੇਣਾ, ਮੈਂ ਬੰਦੇ ਲਿਆ ਕੇ ਉਹਦੇ ਗੁਰਦੁਆਰੇ ਠਾ ਦੂੰਗਾ, ਸਾਰੇ ਉੱਥੇ ਸਵੇਰੇ ਭੰਡਾਰ 'ਚ ਲਿਆ ਦੇ। ਮਤਲਬ ਇਹ ਜੇ ਤਾਂ ਕਾਂਗਰਸ ਕਲਚਰ ਦੇ ਨਾਲ ਚੱਲਣਾ ਤਾਂ ਫਿਰ ਇੱਥੇ ਵਾਲੇ ਬੰਦਿਆਂ ਨੇ ਵੋਟਾਂ ਪਾਉਣੀਆਂ, ਮੈਨੂੰ ਗਰਾਂ ਵਾਲੇ ਬੰਦੇ ਨੇ ਵੋਟ ਨਹੀਂ ਪਾਉਣੀ, ਮੈਨੂੰ ਇੱਧਰੋਂ ਹੁਸ਼ਿਆਰਪੁਰ ਵਾਲਿਆਂ ਬੰਦਿਆਂ ਨੇ ਵੋਟ ਨਹੀਂ ਕਿਸੇ ਨੇ ਪਾਉਣੀ। ਵੋਟਾਂ ਜਿਹੜੀਆਂ ਪਾਉਣੀਆਂ ਉਹ ਫੜ ਜਾਓ। 1,90,000 ਵੋਟ ਹੈ, ਇਹਦੇ ਵਿੱਚ ਜੇ ਧਾਰੀਵਾਲ ਨੂੰ ਕਿਸ ਚੀਜ਼ ਦਾ ਹੰਕਾਰ ਆ, ਮਾਣ ਆ, ਪੈਸੇ ਦਾ ਮਾਣ ਆ, ਜੋ ਕੁਛ ਹੈ ਉਹ ਤਾਂ ਮੈਨੂੰ ਪਤਾ ਉਹਦੇ ਕੋਲ ਹੈਗਾ। ਉਹ ਪੈਸੇ ਹੁਣ ਇੱਕ ਜੇ ਇਲੈਕਸ਼ਨ ਦੇ ਵਿੱਚ ਆਏ ਉਹਨੂੰ ਪਤਾ ਲੱਗ ਜਾਊਗਾ। ਮੈਂ ਪਹਿਲਾਂ ਕਿਹਾ ਸੀ ਜੇ ਮੇਰੀ ਟੱਕਰ ਇਹਨਾਂ ਹੋਵੇ ਨਾ, ਮੁਕਾਬਲੇ ਦੀ ਗੱਲ ਨਹੀਂ ਮੈਂ ਕਰਦਾ, ਸਿਰਫ ਮੈਂ ਕਮ ਸੇ ਕਮ ਇਹਨੂੰ ਨੰਗਾ ਕਰ ਸਕਦਾ। ਤੇ ਹੁਣ ਜਿੱਦਾਂ ਤੁਸੀਂ ਆਪ ਵਿੱਚ ਸ਼ਾਮਲ ਹੋ ਗਏ ਆ ਤੇ ਆਪ ਵੱਲੋਂ ਤੁਹਾਨੂੰ ਕੇਜਰੀਵਾਲ ਜੀ ਨੇ ਖੁਦ ਸ਼ਾਮਲ ਕਰਵਾਇਆ ਆਮ ਆਦਮੀ ਪਾਰਟੀ ਦੇ ਵਿੱਚ, ਤੇ ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਤੁਹਾਨੂੰ ਉਹ ਫਗਵਾੜੇ ਤੋਂ ਉਮੀਦਵਾਰ ਲਾਉਣਗੇ? ਮੇਰਾ ਖਿਆਲ ਹੈ ਕਿ ਉਹਨਾਂ ਨੂੰ ਅੰਦਰੋਂ ਅੰਦਰੀ ਹੋ ਚੁੱਕਾ ਹੈ। ਨਹੀਂ, ਆਲਰੇਡੀ ਉਹਨਾਂ ਨੇ ਇਸ ਗੱਲ ਦੇ ਉੱਤੇ ਪਹਿਲਾਂ ਹੀ ਚਰਚਾ ਸੀ। ਮੈਂ 1.5-2 ਸਾਲ ਤੋਂ ਮੇਰੇ ਪਿੱਛੇ ਪਏ ਸੀ, ਉਹਨਾਂ ਨੂੰ ਪਤਾ ਜੋਗਿੰਦਰ ਸਿੰਘ ਜਾਤੀ ਹੋਈ ਹੈ। ਮਿਸਟਰ ਭਗਵੰਤ ਮਾਨ ਮੇਰੇ ਬਹੁਤ ਅੱਛੇ ਦੋਸਤ ਹੈ, ਹੋਰ ਬਹੁਤ ਚੀਮਾ ਜੀ ਮੇਰੇ ਦੋਸਤ ਨੇ। ਬੇਟੀ ਮੇਰੀ ਹੈ ਜਿਹੜੀ ਆ ਉਹ MLA ਦਮਦਮਾ ਸਾਹਿਬ ਤੋਂ, ਬੇਟੀ ਉਹਦਾ ਘਰ ਵਾਲਾ ਹਸਬੈਂਡ ਮੇਰੇ ਦੋਸਤ ਹੈਗੇ। ਬਹੁਤ ਸਾਰੇ ਦੋਸਤ ਮੇਰੇ ਤੇ ਕਾਮਨ ਹੈਗੇ। ਅਮਨ ਅਰੋੜਾ ਮੇਰਾ ਦੋਸਤ ਹੈ, ਉਹਦੇ ਫਾਦਰ ਮਿਨਿਸਟਰ ਸਨ ਮੇਰੇ ਨਾਲ। ਸੋ ਬਹੁਤ ਸਾਰੇ ਕਾਮਨ ਫਰੈਂਡਸ ਹੈਗੇ। ਜੋ ਕੁਛ ਹੋ ਰਿਹਾ ਕਾਂਗਰਸ, ਉਹ ਹੁਣ ਕਾਂਗਰਸ ਵਰਗਾ ਨਹੀਂ ਹੋ ਰਿਹਾ, ਜਾਂ ਉਹ ਅਕੋਰਡਿੰਗ ਟੂ ਕਾਂਗਰਸ ਨਹੀਂ ਹੋ ਰਿਹਾ। ਸਵਾਲ ਇਹ ਆ ਕਿ ਤੁਸੀਂ ਹੁਣ ਕਦੋਂ ਤੱਕ ਫਗਵਾੜੇ ਤੋਂ ਉਮੀਦਵਾਰ ਲਾਉਂਗੇ? ਮੈਂ ਬਸ ਥੋੜ੍ਹੇ ਦਿਨਾਂ 'ਚ ਅਨਾਊਂਸ ਕਰ ਦੇਣਗੇ, ਮੇਰੇ ਕੋਲ 1-2 ਦਿਨ 'ਚ ਅਨਾਊਂਸ ਕਰ ਦੇਣਗੇ। ਮੈਂ ਫਗਵਾੜੇ ਇਲੈਕਸ਼ਨ ਲੜੂੰਗਾ ਆਮ ਆਦਮੀ ਪਾਰਟੀ ਤੋਂ। ਕਿਉਂਕਿ ਕਈ ਵਾਰ ਇਹ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਕੋਈ ਸੀਨੀਅਰ ਲੀਡਰ ਜੇ ਸ਼ਾਮਲ ਹੁੰਦਾ ਆ ਤਾਂ ਅਗਲੇ ਹੀ ਦਿਨ ਉਹਨਾਂ ਦੀ ਅਨਾਊਂਸਮੈਂਟ ਹੋ ਜਾਂਦੀ ਕਿ ਵੀ ਉਹ ਸਾਡੇ ਉਮੀਦਵਾਰ ਹੋਣਗੇ, ਪਰ ਤੁਹਾਡਾ ਕਿਉਂ ਡਿਲੇ ਹੋ ਰਿਹਾ? ਨਹੀਂ, ਮੇਰਾ ਖਿਆਲ ਕੋਈ ਐਸੀ ਗੱਲ ਨਹੀਂ ਹੈ। ਅਸੀਂ ਕੱਲ੍ਹ ਪਰਸੋਂ ਹੀ ਮਿਲੇ ਹਾਂ ਜੀ, ਕੱਲ੍ਹ ਹੀ ਫੋਟੋ ਰਿਲੀਜ਼ ਹੋਈ ਹੈ, 1-2 ਦਿਨ ਤੱਕ ਹੋ ਜਾਊਗਾ। ਮੇਰੀ ਕੋਈ ਉਹਨਾਂ ਨਾਲ ਬੀੜੀ ਹੋਈ ਤਾਂ ਉਹਨਾਂ ਮੈਨੂੰ ਆਪ ਲੱਭ ਕੇ ਮੈਨੂੰ ਅਪਰੋਚ ਕਰਕੇ ਕੀਤਾ। ਮੇਰੀ ਹੁਣ ਜਾਂ ਕੋਈ ਮਿਸਅੰਡਰਸਟੈਂਡਿੰਗ ਜਸਟ ਸਟਾਰਟ ਹੀ ਅਜੇ ਹੈਗੀ ਹੈ। ਆਈ ਆਲਵੇਜ਼ ਵੈਲਕਮ ਮਿਸਟਰ ਭਗਵਾਨ ਮਾਨ, ਆਈ ਆਲਵੇਜ਼ ਵੈਲਕਮ ਮਿਸਟਰ ਕੇਜਰੀਵਾਲ ਸਾਹਿਬ, ਉਹਨੇ CM ਹੈਗੇ ਦਿੱਲੀ ਦੇ। ਜੇ ਉਹਨਾਂ 'ਚ ਕੋਈ ਕਾਰਜਕਾਰੀ ਅੱਛੀ ਹੈ ਜਾਂ ਉਹਨਾਂ ਦੀ ਪਰਸੈਂਟ ਲੋਕ ਪਸੰਦ ਕਰਦੇ ਨੇ, ਉਹਦੀ ਵਰਕਿੰਗ ਨੂੰ ਪਸੰਦ ਕਰਦੇ ਨੇ, ਉਹਦੇ ਐਡਮਿਨਿਸਟ੍ਰੇਸ਼ਨ ਨੂੰ ਪਸੰਦ ਕਰਦੇ ਨੇ। 10 ਸਾਲ ਤਾਂ ਕੰਪਲੀਟ ਹੋ ਹੀ ਜਾਣੇ ਨਾ ਹੁਣ ਉਹਨਾਂ ਦੇ। ਪਹਿਲਾਂ ਵੀ ਉਹਨਾਂ ਕਾਂਗਰਸ ਸਾਂਭ ਕੇ ਸਰਕਾਰ ਬਣਾਈ ਸੀ। ਜੇ ਆਪਾਂ ਮਾਨ ਸਾਹਿਬ ਗੱਲ ਕਰੀਏ ਕਿ ਫਗਵਾੜੇ ਦੇ ਜਿਹੜੇ ਲੋਕਲ ਆਪ ਦੇ ਪਹਿਲਾਂ ਤੋਂ ਲੀਡਰ ਹੈਗੇ ਆ ਜਾਂ ਵਰਕਰ ਵੀ ਹੈਗੇ ਆ, ਉਹਨਾਂ ਵਿੱਚ ਕੁਝ ਸੁਣਨ ਨੂੰ ਆ ਰਿਹਾ, ਸੋਸ਼ਲ ਮੀਡੀਆ ਉੱਤੇ ਚਰਚਾ ਵੀ ਚੱਲ ਰਹੀ ਆ ਕਿ ਉਹ ਨਾਰਾਜ਼ ਚੱਲ ਰਹੇ ਆ ਮਾਨ ਸਾਹਿਬ ਦੇ ਪਾਰਟੀ 'ਚ ਆਉਣ ਨਾਲ। ਉਹ ਥੋੜ੍ਹੀ ਬਹੁਤੀ ਨਾਰਾਜ਼ਗੀ ਕਿਸੇ ਨਾਲ ਕਿਤੋਂ ਹੁੰਦੀ ਹੈ, ਪਰ ਮੇਰੀ ਕਿਸੇ ਨਾਲ ਮੈਂ ਨਹੀਂ ਸਮਝਦਾ ਕਿਸੇ ਨਾਰਾਜ਼ਗੀ ਹੋਵੇ। ਕਿਉਂਕਿ ਜੇ ਮੈਂ ਕੋਈ ਐਸਾ ਕੰਮ ਕੀਤਾ ਉਹ ਘਪਲੇਬਾਜ਼ੀ ਹੋਵੇ, ਜਾਂ ਮੇਰੇ ਤੇ ਕੋਈ ਦਾਗ ਲੱਗਾ ਹੋਵੇ, ਮੇਰੀ ਪੱਗ 'ਤੇ ਦਾਗ ਲੱਗਾ ਹੋਵੇ, ਮੇਰੀ ਛਵੀ 'ਤੇ ਕੋਈ ਦਾਗ ਲੱਗਾ ਹੋਵੇ, ਜਾਂ ਕਿਸੇ ਦੇ ਨਾਲ ਮੈਂ ਕੋਈ ਗਲਤ ਗੇਮ ਖੇਡੀ ਹੋਵੇ, ਮੇਰਾ ਨਹੀਂ ਖਿਆਲ ਕੋਈ ਮੈਨੂੰ ਇਸ ਗੱਲ 'ਤੇ ਕਹਿ ਦੇਵੇ। ਜੇ ਮੈਨੂੰ ਕੋਈ ਇੱਦਾਂ ਦੀ ਗੱਲ ਕੋਈ ਦੱਸ, ਮੈਂ ਪਾਰਟੀ ਛੱਡ ਦੂੰਗਾ, ਮੈਂ ਪੋਲੀਟਿਕਸ ਹੀ ਛੱਡ ਦੂੰਗਾ। ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਇਮਾਨਦਾਰੀ, ਜੇ ਇਹ ਮੇਰੀ ਛਵੀ ਹੈਗੀ ਹੈ, ਮੈਂ ਇੱਕ ਗੁਰੂ ਘਰ ਨੂੰ ਮੰਨਣ ਵਾਲਾ, ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਦਿਆਰਥੀ ਹਾਂ, ਅਤੇ ਮੈਂ ਇਹ ਵੀ ਸੋਚਿਆ ਵੀ ਮੈਨੂੰ ਮਾੜਾ ਕੰਮ ਨਹੀਂ ਕਰਨਾ ਚਾਹੀਦਾ। ਅਤੇ ਮਾਨ ਸਾਹਿਬ ਜੇ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਹੀ ਕਿਹਾ ਕਿ ਧਾਲੀਵਾਲ ਸਾਹਿਬ ਦਾ ਜੋ ਵੀ ਉਹਨਾਂ ਨੇ ਟਿਕਟ ਦਾ ਕੀਤਾ, ਵੀ ਮੈਂ ਖੁਦ ਚਾਹੁੰਦਾ ਸੀ ਕਿ ਮੇਰਾ ਪੇਚਾ ਉਹਨਾਂ ਨਾਲ ਫਸੇ, ਅਤੇ ਤੁਸੀਂ ਸਿਰਫ ਧਾਲੀਵਾਲ ਸਾਹਿਬ ਨੂੰ ਹੀ ਆਪਣੇ ਮੁਕਾਬਲੇ 'ਚ ਗਿਣਦੇ ਆ ਜਾਂ ਕੋਈ BJP ਦਾ ਜਾਂ ਹੋਰ ਜਿਹੜੇ? ਮੁਕਾਬਲਾ ਤਾਂ ਹੋਊਗਾ ਸਾਰਿਆਂ ਨਾਲ ਹੀ, ਕਿਉਂਕਿ ਮੈਂ ਹੁਣ ਕਾਂਗਰਸ ਨੇ ਉਹ ਗੱਲ ਐਕਸੈਪਟ ਨਹੀਂ ਕੀਤੀ। ਮੈਂ ਇਲੈਕਸ਼ਨ ਲੜਦਾ ਤਾਂ ਹਾਲਾਤ ਹੋਰ ਹੋਣੇ ਸੀ। ਜੋ ਅੱਜ ਡਿਵੈਲਪਮੈਂਟ ਹੋ ਰਹੀ ਹੈ ਫਗਵਾੜੇ ਕਾਂਗਰਸੀਆਂ ਦੇ ਵਿੱਚ, ਉਹ ਤੁਹਾਨੂੰ ਸ਼ਾਮ ਨੂੰ ਪਤਾ ਲੱਗ ਜਾਣਾ, ਹੋ ਸਕਦਾ ਤੁਹਾਨੂੰ ਪਤਾ ਵੀ ਹੋਵੇ। ਉਹ ਕਿਸੇ ਨਾ ਕਿਸੇ ਥੱਲੇ ਧਾਰੀਵਾਲ ਦੇ ਇਸ ਗੱਲ 'ਚੋਂ ਨਿਕਲਣਾ ਚਾਹੁੰਦੇ ਆ। ਹੋ ਸਕਦਾ ਉਹ ਇਸੇ ਦਾ ਕੋਈ ਫਗਵਾੜਾ ਬਚਾਓ ਮੋਰਚਾ ਵਗੈਰਾ ਸਮਥਿੰਗ ਲਾਈਕ ਦਿਸ। ਇਹ ਸਾਰੀਆਂ ਗੱਲਾਂ ਧਾਰੀਵਾਲ 1-2 ਸਾਰੀ ਸਾਹਮਣੇ ਆ ਜਾਣਗੀਆਂ। ਅਤੇ ਜੇ ਆਪਾਂ ਗੱਲ ਕਰੀਏ ਮਾਨ ਸਾਹਿਬ, ਤੁਸੀਂ ਜਦੋਂ ਕਾਂਗਰਸ ਦੇ ਵਿੱਚ ਸੀ, ਤੁਹਾਡੇ 2 ਪੁੱਤ ਬਹੁਤ ਮਸ਼ਹੂਰ ਮੰਨੇ ਜਾਂਦੇ ਸੀਗੇ, ਸੰਜੀਵ ਬੁੱਗਾ ਅਤੇ ਦਲਜੀਤ ਰਾਜੂ। ਚਲੋ ਸੰਜੀਵ ਬੁੱਗਾ ਜੀ ਧਾਲੀਵਾਲ ਸਾਹਿਬ ਨਾਲ ਹੋਗਾ ਜਦੋਂ ਵੀ, ਪਰ ਤੁਹਾਡੇ ਨਾਲ ਪਿਆਰ ਤਾਂ ਰਹਿੰਦਾ ਹੀ ਆ, ਉਹ ਤਾਂ ਰਹਿਣਾ ਵੀ ਆ ਜੇ ਪੇ ਪੁੱਤ ਵਾਲਾ ਪਿਆਰ ਆ। ਪਰ ਉਹ ਹੁਣ ਤੁਹਾਡੇ ਪੁੱਤ ਕਿੱਧਰ ਜਾਣਗੇ? ਉਹ ਪੇ ਨਾਲ ਚੱਲਣਗੇ ਜਾਂ ਉਹ ਕਾਂਗਰਸ ਨਾਲ ਚੱਲਣਗੇ? ਦੀ ਗੱਲ ਆਈ ਡੋਂਟ ਸਪੇਅਰ ਐਨੀ। ਮੇਬੀ ਮੇਰਾ ਪੁੱਤ ਨੰਬਰ 1 ਹੋਵੇ ਜਾਂ 2 ਹੋਵੇ, ਬੁੱਗਾ ਹੋਵੇ ਜਾਂ ਰਾਜੂ ਹੋਵੇ, ਮੈਂ ਇਲੈਕਸ਼ਨ ਕਿਸੇ ਨੂੰ ਸਪੇਅਰ ਨਹੀਂ ਕਰਨਾ। ਜੇ ਮੈਂ ਹਰਜੀ ਨੂੰ ਸਪੇਅਰ ਨਹੀਂ ਨਾ ਕਰ ਸਕਦਾ, ਅਤੇ ਬੁੱਗੇ ਹੋਣੀ ਤਾਂ ਮੇਰੇ ਜੰਮੇ ਪੁੱਤ ਜਿਹੜੇ ਹੱਥੀਂ ਮੇਰੇ ਬੱਚੇ ਮੇਰੀ ਝੋਲੀ 'ਚ ਖੇਡਿਆ, ਜੇ ਮੈਂ ਉਹਨਾਂ ਬੱਚਿਆਂ ਨੂੰ ਪੰਚ ਕਰ ਸਕਦਾ ਤਾਂ ਬੁੱਗੇ ਹੋਣੇ ਇਸ ਸਵਾਲ 'ਤੇ ਮੇਰੇ ਅੜਦੇ ਨੇ। ਮੈਂ ਆਪਣੇ ਪ੍ਰਿੰਸੀਪਲ ਨੂੰ ਕਦੇ ਨਹੀਂ ਤੋੜਨਾ, ਜਿੰਨਾ ਕਿ ਮੈਂ ਜੀਣਾ ਆਪਣੇ ਪ੍ਰਿੰਸੀਪਲ 'ਤੇ ਰਹਿਣਾ। ਜੇ ਆਪਾਂ ਦੋਨਾਂ ਪੁੱਤਰਾਂ 'ਚੋਂ ਗੱਲ ਕਰੀਏ, ਇੱਕ ਪੁੱਤ ਤਾਂ ਚਲੋ ਪਹਿਲੇ ਧਾਲੀਵਾਲ ਸਾਹਿਬ ਨਾਲ ਤਕਰੀਬਨ 2.25 ਸਾਲ ਤੋਂ ਚੱਲ ਰਿਹਾ, ਦਲਜੀਤ ਰਾਜੂ ਅੱਜ ਵੀ ਤੁਹਾਡੇ ਨਾਲ ਸਟੈਂਡ ਕਰਦਾ ਸੀ, ਅਤੇ ਦਲਜੀਤ ਰਾਜੂ ਕੀ ਹੁਣ ਆਪ ਵਿੱਚ ਵੀ ਤੁਹਾਡੇ ਨਾਲ ਸਟੈਂਡ ਕਰੂਗਾ ਜਾਂ ਨਹੀਂ? ਉਹਦੀ ਚੁਆਇਸ ਹੈ, ਰਾਜੂ ਦੀ ਚੁਆਇਸ ਹੈ, ਮੈਂ ਉਹਨੂੰ ਕੋਈ ਬਾਉਂਡ ਨਹੀਂ ਕਰਦਾ। ਉਹਦੀ ਚੁਆਇਸ ਪੇ ਵੱਲੋਂ ਥੋੜ੍ਹਾ ਜਿਹਾ ਤਾਂ ਕਿਹਾ ਹੀ ਜਾਂਦਾ ਕਿ ਹਾਂ ਵੀ ਪੁੱਤ ਆ ਜਾ ਤੂੰ ਮੇਰੇ ਨਾਲ ਹੀ। ਉਹ ਕੰਮ ਕਰੂਗਾ ਪਿਓ ਲਈ, ਇਹਦਾ ਇਸ਼ਾਰਾ ਬਹੁਤ ਹੈ। ਉਹ
ਆਪਣੇ ਪਿਓ ਲਈ ਕੰਮ ਤਾਂ ਕਰੂ ਵੈਸੇ। ਪਰ ਜੇ ਆਫ ਦੀ ਰਿਕਾਰਡ ਗੱਲ ਕਰੀਏ ਤਾਂ ਮੇਰੀ ਵੀ ਦਲਜੀਤ ਰਾਜੂ ਨਾਲ ਆਫ ਦੀ ਰਿਕਾਰਡ ਹੋਈ ਸੀ ਗੱਲ। ਉਹ ਕਹਿੰਦੇ ਸੀ ਮੈਂ ਕਾਂਗਰਸ 'ਚ ਰਹਿਣਾ। ਤੁਸੀਂ ਸਾਰੇ ਉਹਦੇ ਦੋਸਤ ਹੋ, ਤੁਸੀਂ ਇੱਕ ਦੂਜੇ ਦਿਲ ਦੀ ਗੱਲ ਜਾਣਦੇ ਉਹ ਕਹਿੰਦੇ ਮੈਂ ਰਹਿਣਾ ਕਾਂਗਰਸ 'ਚ ਆ, ਪਰ ਲੋਕਾਂ ਦੀ ਜਿਹੜੀ ਆਵਾਜ਼ ਆ, ਲੋਕੀ ਇਹ ਕਹਿੰਦੇ ਕਿ ਦਲਜੀਤ ਰਾਜੂ ਚਾਹੇ ਰਹਿ ਕਾਂਗਰਸ 'ਚ ਜਾਵੇ ਪਰ ਉਹ ਰਹਿਣਾ ਮੰਨਦਾ ਹੀ ਆ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਫਿਰ ਕਦੋਂ ਲਿਆ ਰਹੇ ਪੁੱਤ ਨੂੰ ਵੀ ਆਮ ਆਦਮੀ ਪਾਰਟੀ ਵਿੱਚ? ਪੁੱਤ ਦੀ ਮਰਜ਼ੀ, ਜਦੋਂ ਮਰਜ਼ੀ ਹੈ। ਜੇ ਤੁਹਾਨੂੰ ਮੈਂ ਦਿਲ ਦੀ ਗੱਲ ਦੱਸ ਹੀ ਦਿੱਤੀ ਹੈ, ਤੁਸੀਂ ਮੈਨੂੰ ਕੰਨ ਪੁੱਛਦੇ ਹੋ। ਨਹੀਂ ਦੇਖੋ, ਜਿਹੜਾ ਪੁੱਤ ਹੁੰਦਾ ਨਾ ਉਹ ਕਿਤੇ ਨਾ ਕਿਤੇ, ਹੁਣ ਅਸੀਂ ਵੀ ਚਾਹੇ ਵੱਡੇ ਹੋ ਗਏ ਆ, ਪਰ ਜਿੰਨਾ ਚਿਰ ਸਾਡੇ ਮਾਪੇ ਜਿੰਦੇ ਸੀ ਉਹਨਾਂ ਦਾ ਇੱਕ ਗੱਲ ਮੰਨੀ ਜਾਂਦੀ ਸੀਗੀ ਕਿ ਹਾਂ ਵੀ ਸਾਡੇ ਪੇਜ ਨੇ ਆਹ ਗੱਲ ਕਹੀ ਆ। ਸਾਰਿਆਂ ਨੂੰ ਮੈਂ ਆਪਣੇ ਬੱਚੇ ਹੀ ਸਮਝਦਾ ਹਾਂ। ਮੈਂ ਹੁਣ ਪ੍ਰੈਸ ਫਗਵਾੜੇ ਦੀ ਪ੍ਰੈਸ ਨੇ ਮੈਨੂੰ ਕੋਈ ਧੋਖਾ ਨਹੀਂ ਦਿੱਤਾ ਜੇ ਸੰਨ 85 ਤੋਂ ਲੈ ਕੇ ਤੱਕ। ਮਤਲਬ ਅਸੀਂ ਇਹ ਆਈਡੀਆ ਲਾ ਲਈਏ ਕਿ ਦਲਜੀਤ ਰਾਜੂ ਜਲਦੀ ਹੀ ਆਪਣੇ ਪੇਜ ਨਾਲ ਫੇਰ ਮੋਢੇ ਨਾਲ ਮੋਢਾ ਲਾ ਕੇ ਖੜੋ। ਨਹੀਂ, ਪੇਜ ਦੇ ਨਾਲ ਹੀ ਰਹਿਣਾ। ਘੱਟ ਦੋ ਪਾਰਟੀਆਂ ਹੋ ਜਾਂਦੀਆਂ ਨਾ, ਲੇਕਿਨ ਰਾਜੂ ਇਜ਼ ਵੈਰੀ ਮਚ ਸਿੰਸੀਅਰ ਬੇਟਾ, ਬਹੁਤ ਸਿੰਸੀਅਰ। ਤੁਹਾਨੂੰ ਤੁਹਾਡੇ ਨਾਲ ਵੀ ਸਿੰਸੀਅਰ ਹੈ, ਰਾਜੇ ਨਾਲ ਵੀ ਸਿੰਸੀਅਰ ਹੈ, ਭਾਜੀ ਨਾਲ ਵੀ ਸਿੰਸੀਅਰ, ਸਾਰਿਆਂ ਨਾਲ ਸਿੰਸੀਅਰ ਹੈ। ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਫਗਵਾੜੇ ਦੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੂ? ਮੁੱਦੇ ਜੋ ਉਹਨਾਂ ਨੇ ਦੇਖੋ, ਫਗਵਾੜੇ ਦੇ ਮੁਲਕ ਮੁੱਦੇ ਤਾਂ ਹੋਇਆ ਹੀ ਕਰਦੇ। ਡਿਵੈਲਪਮੈਂਟ ਜਿਉਂ ਪਾਪੂਲੇਸ਼ਨ ਵਧੇਗੀ, ਜਿਉਂ ਜਿਹੜੀ ਗਰੋਥ ਹੋਏਗੀ, ਇਨਕਰੀਜ਼ ਪਾਪੂਲੇਸ਼ਨ ਦੀ, ਉਦੋਂ ਡਿਵੈਲਪਮੈਂਟ ਦੇ ਕੰਮ ਜਿਹੜੇ ਉਹ ਚੱਲੇ ਨੇ। ਜਿੰਨੇ ਫਗਵਾੜੇ ਦੇ ਮੁੱਦੇ ਮੈਂ ਕਿਹਾ ਡਿਸਟ੍ਰਿਕਟ ਦੀ ਤੁਹਾਨੂੰ ਗੱਲ ਕੀਤੀ ਸੀ, ਇੱਕ ਮੇਰੇ ਦਿਮਾਗ ਦੇ ਵਿੱਚ ਸਕਾਲਰਸ਼ਿਪ ਵਾਲਾ ਲੜਿਆ ਕੇਸ ਪੜਿਆ ਉਹ ਮੈਂ ਕੱਢਣਾ। ਉਹ 'ਚ ਕੋਈ ਹੋਵੇ, ਮੈਂ ਜੋਗਿੰਦਰ ਸਿੰਘ ਮਾਨ ਵੀ ਕਿਉਂ ਨਾ ਹੋਵੇ, ਉਹ ਨਹੀਂ ਮਚਣਾ। ਜਿਸ ਆਪਣੇ ਅਸਤੀਫੇ ਵਿੱਚ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਵਾਲੀ ਵੀ ਗੱਲ ਲਿਖੀ ਸੀ ਕਿ ਜੇ ਇਨ ਕੇਸ ਆਪ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਦੀ ਆ ਔਰ ਜੋਗਿੰਦਰ ਸਿੰਘ ਮਾਨ ਇੱਥੋਂ ਜਿੱਤਦੇ ਆ ਤਾਂ ਕੀ ਉਹਨਾਂ ਦਾ ਪਹਿਲਾ ਮਤਲਬ ਕੀ? ਪਹਿਲਾ ਮਤ ਮੇਰਾ ਜ਼ਿਲ੍ਹੇ ਵਾਲਾ ਤੇ ਹੋਊਗਾ ਹੀ ਹੋਊਗਾ। ਉਹਨੂੰ ਰਿਕੁਐਸਟ ਕਰੂੰਗਾ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾਓ। ਪੁਰਾਣੇ ਬਜ਼ੁਰਗ ਸਾਡੇ ਤਾਂ ਮਰ ਗਏ, ਜਿਹੜੇ ਪੀਸ ਕਮੇਟੀ ਦੇ ਮੈਂਬਰ ਸੀ। ਕਰਮ ਸਿੰਘ ਬਣ ਗਿਆ, ਮਲਕੀਤ ਸਿੰਘ ਬਣ ਗਿਆ, ਡਾਕਟਰ ਦੇਸ਼ ਸਾਹਿਬ ਬਣ ਗਿਆ। ਮੇਰੀ ਕੋਸ਼ਿਸ਼ ਪੂਰੀ ਹੋਊਗੀ, ਪੂਰੀ ਕੋਸ਼ਿਸ਼ ਹੋਊਗੀ। ਤੇ ਜੇ ਇਮਾਨਦਾਰੀ ਨਾਲ ਇਹ 'ਚ ਕੋਈ ਸਰਕਾਰ ਨੂੰ ਬੜਾ ਭਾਰ ਨਹੀਂ ਪੈਂਦਾ, ਉਹਦੇ ਸਗੋਂ ਰੈਵਨਿਊ ਫਗਵਾੜੇ ਦਾ ਜ਼ਿਆਦਾ ਰੈਵਨਿਊ, ਕਪੂਰਥਲਾ ਰੈਵਨਿਊ ਘੱਟ ਹੈਗਾ। ਐਗਰੀਕਲਚਰ 'ਚ ਲੈ ਲਈਏ, ਜੰਕਸ਼ਨ ਆਫ ਰੋਡਸ ਲੈ ਲਈਏ, ਜੰਕਸ਼ਨ ਆਫ ਟ੍ਰੇਨਸ ਲੈ ਲਈਏ, ਸਾਰਾ ਕੁਛ ਫਗਵਾੜੇ ਅਵੇਲੇਬਲ ਹੈ। ਪਰ ਮਾਨ ਸਾਹਿਬ, ਜਿੱਦਾਂ ਆਪਾਂ ਜੇ ਗੱਲ ਕਰੀਏ ਕਿ ਇੱਕ 50 ਸਾਲ ਤੁਸੀਂ ਆਪਣੇ ਅਸਤੀਫੇ 'ਚ ਲਿਖਿਆ ਵੀ ਆ ਕਿ 50 ਸਾਲ ਤੋਂ ਕਾਂਗਰਸ ਦੀ ਸੇਵਾ ਕੀਤੀ, ਜਦੋਂ ਆਪਾਂ ਆਪਣਾ ਇੱਕ ਬਣਿਆ ਬਣਾਇਆ ਘਰ ਛੱਡ ਕੇ ਦੂਜੇ ਪਾਸੇ ਜਾਂਦੇ ਹਾਂ, ਦਿਲ ਨੂੰ ਇੱਕ ਵਾਰ ਤਾਂ ਕੁਛ ਨਾ ਕੁਛ ਹੁੰਦਾ ਕਿ ਮਾਨ ਸਾਹਿਬ ਦੇ ਦਿਲ ਨੂੰ ਵੀ ਹੋਇਆ ਜਦੋਂ ਧੱਕੇ ਮਾਰ ਕੇ ਕੱਢਣ। ਦੇਖੋ ਸਰ ਬੂਟਾ ਸਿੰਘ ਨੂੰ ਪੰਜਾਬ ਦੀ ਬੜੀ ਦੇਣ ਹੈ। ਉਹਨਾਂ ਨੇ ਅਫਸੋਸ ਵੀ ਨਹੀਂ ਕਹੇ ਨਹੀਂ ਕੀਤਾ। ਮੈਨੂੰ ਉਹ ਬੰਦੇ ਜਿਹਨਾਂ ਨੂੰ ਚੀਫ ਮਿਨਿਸਟਰ ਬਣਾਇਆ ਉਹਨਾਂ ਨੇ ਵੀ ਅਫਸੋਸ ਨਹੀਂ ਕੀਤਾ। ਫਿਰ ਹੁਣ ਦੱਸੋ ਹੋਰ ਕੀ ਕਰੇ। ਜਿੱਦਾਂ ਪ੍ਰੈਜ਼ੀਡੈਂਟ ਬਣਾਏ ਪੰਜਾਬ ਦੇ, ਉਹਨਾਂ ਨੇ ਅਫਸੋਸ ਨਹੀਂ ਕੀਤਾ। ਹਰ ਆਦਮੀ ਨੂੰ ਆਪਣਾ ਆਪ ਦੀਦਾ, ਆਪਣੇ ਬੱਚੇ ਦੀਦੇ, ਉਸ ਤੋਂ ਬਾਅਦ ਕੁਛ ਨਹੀਂ ਦਾ। ਹੁਣ ਜਿਹੜੀ ਪੋਲੀਟਿਕਸ ਦਾ ਟ੍ਰੈਂਡ ਹੋ ਗਿਆ। ਪਰ ਮੈਂ ਜੋ ਮਹਿਸੂਸ ਕਰਦਾ, ਮੈਂ ਜਿਸ ਕਾਸਟ ਦੇ ਵਿੱਚ ਜੰਮਿਆ, ਭਾਵੇਂ ਉਹਨੂੰ ਚੰਗਾ ਕਹਿੰਦੇ ਲੋਕ ਜੋ ਮਾੜਾ ਕਹਿੰਦੇ, ਮੈਂ ਉਹਨੂੰ ਡੈਡੀਕੇਟਡ ਹਾਂ। ਮੈਂ ਉਹ ਕੰਮ ਕਰਨਾ ਹੀ ਕਰਨਾ। ਫਗਵਾੜੇ ਨੂੰ, ਨੇਸ਼ਨ ਨੂੰ, ਔਰ ਦੂਸਰੇ ਮੇਰਾ ਸ਼ਹਿਰ ਹੈਗਾ, ਮੇਰਾ ਪਰਿਵਾਰ, ਜਿਹੜੀ ਮੇਰੀ ਆਪਣੀ ਕੌਮ ਦੇ ਲੋਕ ਹੈਗੇ ਆ। ਜੇ ਮੈਂ ਇਹ ਕਹਾਂ ਮਜਬੀ ਤੇ ਬਾਲਵੀ ਸਭ ਤੋਂ ਪਿੱਛੇ ਹੈਗੇ ਆ। ਜੇ ਮੈਂ ਉਹਨੇ ਆਪਣੇ ਕੰਮ ਕਰੂੰਗਾ ਤਾਂ ਉਹ ਪਹਿਲਾ ਇਸ਼ੂ ਮੇਰੇ ਲਈ ਸਕਾਲਰਸ਼ਿਪ ਦਾ ਹੋਊਗਾ, ਉਹਨੂੰ ਸੋਲਵ ਕਰ। ਤੇ ਹੁਣ ਜਿੱਦਾਂ ਹਰਜੀ ਮਾਨ ਜੇ ਤਾਂ ਤੁਹਾਡੇ ਨਾਲ ਆਪ ਵਿੱਚ ਸ਼ਾਮਲ ਹੋ ਗਏ ਆ, ਜਲਦੀ ਹੀ ਕੋਈ ਹੋਰ ਵੀ ਬੰਦੇ ਤੁਹਾਡੇ ਜਿਹੜੇ ਸਪੋਰਟਰ ਆ ਉਹ ਆ ਰਹੇ ਆ? ਅੱਜ ਸ਼ੁਰੂ ਹੋਣ ਦਿਓ, ਦੇਖੋ ਸ਼ਾਮ ਤੱਕ ਹੀ ਲੱਗ ਜਾਊਗਾ। ਅੱਜ ਸ਼ਾਮ ਤੱਕ ਫਗਵਾੜਾ ਬਚਾਓ ਮੰਚ ਹੋ ਜਾਊਗਾ? ਉਹ ਤਾਂ ਮੈਂ ਉਹਨਾਂ ਦਾ ਆਪਣਾ ਪ੍ਰੋਗਰਾਮ ਆ, ਪਰ ਮੈਂ ਤਾਂ ਹੋ ਚੁੱਕਾ। ਅੱਛਾ ਬੰਦੇ ਤੁਹਾਡੇ ਹੀ ਕਿਸੇ ਖਾਸ ਸਪੋਰਟਰ ਨੇ ਕੱਲ ਦਾ ਸਟੇਟਸ ਵੀ ਲਗਾਇਆ ਹੋਇਆ ਸੀ। ਮੈਂ ਬੰਦੇ ਅੱਜ ਸ਼ਾਮਲ ਕਰਾ ਦਵਾਂ। ਅੱਜ ਸ਼ਾਮਲ ਕਰੋ। ਮੈਂ ਨਾ ਕਰਾ ਦੂੰ ਸਾਰੇ। ਇਹ ਦੱਸ ਦਊਂਗਾ ਵੀ ਜੋਗਿੰਦਰ ਸਿੰਘ। ਪਰ ਉਹ ਬੰਦਿਆਂ ਦੇ ਨਾਲ ਤੁਹਾਡਾ ਪੁੱਤ ਵੀ ਆਊਗਾ? ਮੇਨ ਗੱਲ ਪੁੱਤ ਤੇ ਅੜਦੀ ਆ। ਪਹਿਲਾਂ ਹੁਣ ਪੁੱਤ ਦੇ ਮੀਟਿੰਗ ਹੋਣੀ ਆ, ਦੇਖਦੇ ਪੁੱਤ ਕਿੱਥੇ ਖੜਦਾ। ਪੁੱਤ ਕਿੱਥੇ ਖੜ? ਨਹੀਂ, ਪੁੱਤ ਤਾਂ ਕਹਿੰਦੇ ਪੇਜ ਨਾ ਖੜੂਗਾ। ਕੋਈ ਨਹੀਂ, ਫਿਰ ਦੇਖਾਂਗੇ। ਤੁਸੀਂ ਨਾਲ ਤੁਸੀਂ ਸਾਰੇ ਕਾਮਨ ਦੋਸਤ ਹੋ, ਜਿੰਨੇ ਵੀ ਤੁਸੀਂ ਜਿਨ੍ਹਾਂ ਦੀਆਂ ਗੱਲਾਂ ਕਰਦੇ ਹੋ। ਹੁਣ ਐਂਡ ਵਿੱਚ ਤੁਸੀਂ ਫਗਵਾੜੇ ਦੇ ਜਿਹੜੇ ਹਲਕੇ ਦੇ ਵੋਟਰ ਆ ਜਾਂ ਸਪੋਰਟਰ ਆ, ਉਹਨਾਂ ਨੂੰ ਕੀ ਮੈਸੇਜ ਦੇਣਾ? ਛੋੜ ਕੇ ਬੇਨਤੀ ਕਰਦਾ, ਗਰੀਬਦਾਸ ਨੂੰ ਤੁਸੀਂ ਬੜੀ ਸੇਵਾ ਕੀਤੀ ਹੈ, ਤਨ ਮਨ ਧਨ ਨਾਲ ਤੁਹਾਡੀ ਸੇਵਾ ਕੀਤੀ ਜਿਹਨੇ ਮੇਰੇ ਕੋਲ ਸੀ। ਹੁਣ ਵੀ ਇਹੋ ਬੇਨਤੀ ਕਰੂੰਗਾ ਵੀ ਜੇ ਆਮ ਆਦਮੀ ਪਾਰਟੀ ਜਾ ਕੇ ਅਰਵਿੰਦਰ ਕੇਜਰੀਵਾਲ ਸਾਹਿਬ ਨੂੰ ਬੌਸ ਮੰਨ ਕੇ, ਸੀਐਮ ਮੰਨ ਕੇ ਜੋ ਹੁਣ ਹੈਗੇ ਹੈ, ਭਗਵੰਤ ਮਾਨ ਜੀ ਸੀਐਮ ਦਾ ਪੰਜਾਬ 'ਚ ਛੇਤੀ ਅਨਾਉਂਸ ਕਰਨਗੇ, ਮੈਂ ਇੱਕ ਬੇਨਤੀ ਕਰੂੰਗਾ ਵੀ ਮੈਨੂੰ ਫਗਵਾੜੇ ਲਈ ਖੁੱਲ੍ਹੇ ਡੁੱਲੇ ਪੈਸੇ ਜੋ ਸਰਕਾਰ ਮੈਕਸੀਮਮ ਦੇ ਸਕਦੀ ਹੈ। ਇੰਡਸਟਰੀਅਲ ਟਾਊਨ ਹੈਗਾ, ਇੰਜਨ ਪਾਰਟਸ ਵਿੱਚ ਏਸ਼ੀਅਸ ਹੈਗਾ, ਲਿਟਲ ਕਾਨੂੰਗੋੜ ਦੇ ਵਿੱਚ ਫਾਈਨੈਂਸ ਤੁਸੀਂ ਜਾਣਦੇ ਹੋ, ਸ਼ੂਗਰ ਮਿਲ ਹੈ, JCT ਹੈ, ਬੋਨ ਮੇਲੇ ਤੋਂ ਹੋ ਚਲੀ ਗਈ, ਐਗਰੀਕਲਚਰ ਬੈਸਟ ਹੈਗਾ। ਸਾਰੀਆਂ ਜਿਹੜੀ ਐਡਵਾਂਸ ਹੈਗੀਆਂ, ਇਸ ਐਡਵਾਂਸ ਸ਼ਹਿਰ ਨੂੰ ਰਾਜਨੀਤੀ ਦਾ ਧੁਰਾ ਹੈ, ਉਸ ਧੁਰੇ ਦੇ ਵਿੱਚ ਆਮ ਆਦਮੀ ਪਾਰਟੀ ਮਹਿਸੂਸ ਕਰਨ ਵਾਸਤੇ ਜੋਗਿੰਦਰ ਸਿੰਘ ਤਨ ਮਨ ਧਨ ਨਾਲ ਲੋਕਾਂ ਦੀ ਅਤੇ ਸਰਕਾਰ ਦੀ ਜਿਸ ਕਾਰਨ ਜੋਗਿੰਦਰ ਸੇਵਾ ਕਰਵਾਉਣਾ। ਇਹ ਸਨ ਜੋਗਿੰਦਰ ਸਿੰਘ ਮਾਨ, ਜਿਨ੍ਹਾਂ ਨੇ ਆਪਣਾ ਕਾਂਗਰਸ ਛੱਡ ਕੇ ਆਪ ਵਿੱਚ ਜਾਣ ਦਾ ਦੱਸਿਆ ਕਿ ਉਹ ਕਿਉਂ ਆਪ ਵਿੱਚ ਗਏ ਆ, ਅਤੇ ਨਾਲ ਹੀ ਉਹਨਾਂ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਜਲਦੀ ਹੀ ਫਗਵਾੜੇ ਦੇ ਵਿੱਚ ਹੋਰ ਧਮਾਕਾ ਕਰਕੇ ਫਗਵਾੜੇ ਦੇ ਹੋਰ ਵੀ ਕਾਂਗਰਸੀਆਂ ਨੂੰ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣਗੇ।
ਫਗਵਾੜਾ ਤੋਂ ਕੈਮਰਾਮੈਨ ਅਮਨ ਦੇ ਨਾਲ ਮੈਂ ਹਨੀਸ਼ ਮਹਿਤਾ, ਚੰਡੀਗੜ੍ਹ ਖਬਰ।